ਲੜੀਵਾਰ ਕਥਾ ਸਤਿਗੁਰਾਂ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਟੋਡੀ ਵਿੱਚ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਸਰਵਣ ਕਰੀਏ ਜੀ। ਟੋਡੀ ਮਹੱਲਾ ਪੰਜਵਾ। ਪ੍ਰਭ ਤੇਰੇ ਪਗ ਕੀ ਧੂਰ। ਟੋਡੀ ਰਾਗ ਹੈ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਹਨ। ਪ੍ਰਭ ਤੇਰੇ ਪਗ ਕੀ ਧੂਰ। ਹੇ ਪ੍ਰਭ ਜੀ, ਹੇ ਰੱਬ ਜੀ, ਮੈਂ ਤੁਹਾਡੇ ਚਰਨਾਂ ਦੀ ਧੂੜੀ ਹਾਂ। ਤੇਰੇ ਇੱਕ ਵਚਨ ਸ਼ਬਦ ਚ ਵਰਤਿਆ। ਜਦੋਂ ਤੁਹਾਡੇ ਸ਼ਬਦ ਆਪਾਂ ਸਤਿਕਾਰ ਵਜੋਂ ਵਰਤਦੇ ਹਾਂ, ਪਰ ਕਿਤੇ ਉਹਦੇ ਚ ਅਤੀ ਵਿਆਪਤੀ ਦੋਸ਼ ਨਾ ਹੋ ਜਾਏ ਵੀ ਤੁਹਾਡੇ ਦੇ ਵਿੱਚ ਮਤਲਬ ਬਹੁਤ ਸਾਰੇ। ਇਸ ਕਰਕੇ ਇੱਕ ਵਚਨ ਸ਼ਬਦ ਵਰਤਿਆ ਤੇਰੇ। ਮਹਾਰਾਜ ਤੇਰੇ ਯਾਨੀ ਕਿ ਤੁਹਾਡੇ, ਸਤਿਕਾਰ ਨਾਲ ਅਸੀਂ ਕਹਿਣਾ ਤੁਹਾਡੇ ਚਰਨਾਂ ਦੀ ਧੂੜੀ ਹਾਂ ਮਹਾਰਾਜ ਅਸੀਂ। ਪ੍ਰਭ ਤੇਰੇ ਪਗ ਕੀ ਧੂਰ। ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸਹਿ ਨ ਲੈ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਮਹਾਰਾਜ ਅਸੀਂ ਤੁਹਾਡੇ ਚਰਨਾਂ ਦੀ ਧੂੜ ਹਾਂ। ਵਿਨਮਰ ਹੋ ਕੇ ਰਹਿਣਾ ਸਤਿਗੁਰਾਂ ਦੇ ਸਨਮੁਖ, ਨਿਮਰਤਾ ਤੇ ਹਲੀਮੀ ਸਹਿਤ ਗੁਰੂ ਚਰਨਾਂ ਦੇ ਦਾਸ ਬਣ ਕੇ ਰਹਿਣਾ। ਮਹਾਰਾਜ ਅਸੀਂ ਆਪ ਜੀ ਦੇ ਚਰਨਾਂ ਦੀ ਧੂੜੀ ਹਾਂ। ਦੀਨ ਦਇਆਲ ਪ੍ਰੀਤਮ ਮਨ ਮੋਹਨ, ਕਰ ਕਿਰਪਾ ਮੇਰੀ ਲੋਚਾ ਪੂਰ। ਇਹ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਜੀ, ਸਾਡੇ ਤੇ ਤਰਸ ਕਰੋ, ਸਾਡੇ ਤੇ ਰਹਿਮਤ ਕਰੋ। ਕਿਰਪਾ ਕਰਕੇ ਮੇਰੀ ਲੋਚਾ, ਮੇਰੀ ਇੱਛਾ ਪੂਰਨ ਕਰ ਦਿਓ। ਮੇਰੀ ਇੱਛਾ ਆਪ ਜੀ ਦੇ ਚਰਨਾਂ ਦੀ ਮੈਨੂੰ ਧੂੜ ਪ੍ਰਾਪਤ ਹੋਵੇ। ਮੇਰੀ ਇਹ ਕਾਂਖਾ ਹੈ ਕਿ ਆਪ ਜੀ ਦੇ ਚਰਨਾਂ ਦੀ ਧੂੜ ਮੈਨੂੰ ਪ੍ਰਾਪਤ ਹੋਵੇ। ਸਾਹਿਬ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ, ਦਇਆ ਕਰੋ, ਮੇਰੀ ਇਹ ਲੋਚਾ, ਮੇਰੀ ਇਹ ਇੱਛਾ ਪੂਰਨ ਹੋ ਜਾਵੇ। ਰਹਾਓ ਦਹ ਦਿਸ ਰਵ ਰਹਿਆ, ਜਸ ਤੁਮਰਾ। ਦਸਾਂ ਦਿਸ਼ਾਵਾਂ ਚ ਦਹ ਦਿਸ, ਕੋਈ ਆਖੇ ਜੀ ਦਿਸ਼ਾਵਾਂ ਚਾਰ ਨੇ, ਚਾਰ ਮੁਖ ਨੇ, ਚਾਰ ਉਪਨੇ ਨਾਲ ਤੇ 8 ਹੋ ਗਈਆਂ ਤੇ 10 ਕਿਵੇਂ ਬਣੀਆਂ? ਇੱਕ ਥੱਲੇ ਧਰਤੀ ਦੇ ਥੱਲੇ ਪਤਾਲ ਵਾਲੀ ਦਿਸ਼ਾ, ਇਹ ਵੀ ਤਾਂ ਦਿਸ਼ਾ ਹੀ ਹੈ ਨਾ। ਇੱਕ ਉੱਪਰ ਆਕਾਸ਼ ਦੀ। ਏਦਾਂ ਕੁੱਲ ਗਿਣਤੀ ਹੋ ਗਈ 10। ਮਹਾਰਾਜ 10 ਦਿਸ਼ਾਵਾਂ ਵਿੱਚ ਤੁਹਾਡਾ ਜਸ ਪੂਰਿਆ ਹੋਇਆ ਹੈ। ਦਹ ਦਿਸ ਰਵ ਰਹਿਆ, ਜਸ ਤੁਮਰਾ। ਦਸਤਗੀਰ ਦਾ ਪੁੱਤਰ ਕਹਿੰਦਾ ਆ ਕੇ ਆਪਣੇ ਬਾਪੂ ਨੂੰ, ਅੱਬਾ ਮੈਨੂੰ ਲੱਖ ਪਤਾਲ ਲੱਖ ਆਕਾਸ਼ ਵਿਖਾਇਆ ਗੁਰੂ ਨਾਨਕ ਸਾਹਿਬ ਨੇ, ਪਰ ਮੈਂ ਹੈਰਾਨ ਹਾਂ, ਜਿੱਥੇ ਜਾਣਾ ਇਹਨਾਂ ਦੀ ਸੰਗਤ ਮਿਲੀ ਹੈ ਮੈਨੂੰ ਹਰ ਥਾਂ ਤੇ, ਇਹਨਾਂ ਦੀ ਸੋਭਾ ਹੈ। ਭਾਈ ਸਾਹਿਬ ਲਿਖਦੇ ਆ, ਜਹ ਕਹਿ ਸੰਗਤ ਇਨ ਕੀ ਹੇਰੀ। ਜਿੱਥੇ ਕਿੱਥੇ ਮੈਂ ਇਹਨਾਂ ਦੀ ਸੰਗਤ ਵੇਖੀ ਆ, ਇਹਨਾਂ ਦਾ ਹੀ ਪ੍ਰਤਾਪ ਵੇਖਿਆ, ਇਹਨਾਂ ਦਾ ਹੀ ਨਿਸ਼ਾਨ ਸਾਹਿਬ ਝੂਲਦਾ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਵਿੱਚ। ਇੱਥੇ ਪੰਜਵੇਂ ਪਾਤਸ਼ਾਹ ਕਹਿੰਦੇ 10 ਦਿਸ਼ਾਵਾਂ ਵਿੱਚ ਮਹਾਰਾਜ ਤੁਹਾਡਾ ਜਸ ਪੂਰਿਆ ਹੋਇਆ ਹੈ। ਅੰਤਰਜਾਮੀ ਸਦਾ ਹਜੂਰ। ਮਹਾਰਾਜ ਤੁਸੀਂ ਸਾਡਿਆਂ ਹਿਰਦਿਆਂ ਦੀ, ਸਾਡਿਆਂ ਦਿਲਾਂ ਦੀ ਜਾਣਨ ਵਾਲੇ ਅੰਤਰਜਾਮੀ ਹੋ ਮਹਾਰਾਜ। ਦਿਲਾਂ ਦੇ ਮਹਿਰਮ ਹੋ, ਭੇਤੀ ਹੋ, ਮਹਿਰਮ ਭੇਤੀ ਹੋ ਮਹਾਰਾਜ ਸਾਡੇ ਦਿਲਾਂ ਦੇ। ਜਾਣਦੇ ਹੋ ਸਾਡੇ ਹਿਰਦਿਆਂ ਵਿੱਚ ਕੀ ਚੱਲਦਾ ਹੈ। ਅੰਤਰਜਾਮੀ ਹੋ ਸਦਾ ਹਜੂਰ, ਸਦਾ ਹੀ ਹਾਜ਼ਰ ਹੋ ਸਾਡੇ ਕੋਲ ਹੋ, ਸਦਾ ਹੀ ਸਾਡੇ ਤੇ ਤੁਹਾਡੀ ਦ੍ਰਿਸ਼ਟੀ ਹੈ, ਨਿਗਾਹ ਹੈ। ਜੋ ਤੁਮਰਾ ਜਸ ਗਾਵਹਿ ਕਰਤੇ, ਸੇ ਜਨ ਕਬਹੁ ਨਾ ਮਰਤੇ ਝੂਰ। ਵਾਹਿਗੁਰੂ ਜੀ ਜਿਹੜੇ ਤੁਹਾਡਾ ਜਸ ਗਾਉਂਦੇ ਨੇ
हे ਕਰਤਾ ਪੁਰਖ ਜੀ, ਜਿਹੜੇ ਤੁਹਾਡੀ ਸਿਫਤ ਕਰਦੇ ਨੇ, ਤੁਹਾਡਾ ਜਸ ਕਰਦੇ ਨੇ, ਉਹ ਜਨ ਕਦੇ ਝੁਰ ਕੇ ਨਹੀਂ ਮਰਦੇ। ਨਹੀਂ ਤਾਂ ਮਰਨ ਤੋਂ ਬਾਅਦ, ਮਰਨ ਵੇਲੇ ਝੁਰਦੇ ਹੀ ਨੇ ਬਹੁਤੇ, ਪਛਤਾਵੇ ਨਾਲ ਹੀ ਮਰਦੇ ਵੀ, ਅਸੀਂ ਕੁਝ ਸਵਾਰਿਆ ਹੀ ਨਹੀਂ ਆਪਣੀ ਜ਼ਿੰਦਗੀ 'ਚ। ਪਰ ਮਹਾਰਾਜ ਜਿਹੜੇ ਤੁਹਾਡਾ ਜਸ ਕਰਦੇ ਨੇ, ਉਹ ਕਦੇ ਝੁਰ ਝੁਰ ਕੇ ਨਹੀਂ ਮਰਦੇ, ਉਹ ਸੁਰਖਰੂ ਹੋ ਕੇ ਸੰਸਾਰ ਤੋਂ ਜਾਂਦੇ ਹਨ। ਉਹ ਸੁਰਖਰੂ ਹੋ ਕੇ ਬੇਪਰਵਾਹੀ ਦੇ ਰੰਗ ਦੇ ਵਿੱਚ, ਉਹਨਾਂ ਨੂੰ ਪਤਾ ਅਸੀਂ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਲਿਆ। ਸਤਿਗੁਰੂ ਜੀ ਜਿਹੜਾ ਤੁਹਾਡਾ ਜਸ ਕਰਦੇ ਹਨ, ਜਿਹੜਾ ਵੀ ਕੋਈ ਮਾਈ ਭਾਈ ਕਰਤਾ ਪੁਰਖ ਵਾਹਿਗੁਰੂ ਦਾ ਜਸ ਕਰਦਾ ਹੈ, ਮਹਾਰਾਜ ਉਹ ਜਨ ਕਦੇ ਝੁਰ ਕੇ ਨਹੀਂ ਮਰਦੇ। ਤੰਦ ਬੰਧ ਬਿਨਸੇ ਮਾਇਆ ਕੇ, ਸਾਧੂ ਸੰਗਤ ਮਿਟੇ ਬਿਸੂਰ। ਉਹਨਾਂ ਦੇ ਜਿਤਨੇ ਧੰਦਿਆਂ ਦੇ ਬੰਧ ਬੰਧਨ ਹਨ, ਬਿਨਸ ਗਏ, ਮਾਇਆ ਦੇ ਵੀ ਬੰਧਨ ਬਿਨਸ ਗਏ। ਕਿਵੇਂ ਬਿਨਸੇ ਨੇ? ਸਾਧੂ ਸੰਗਤ ਦੇ ਪ੍ਰਤਾਪ ਨਾਲ। ਸਾਧ ਸੰਗਤ ਕਰਨੇ ਕਰਕੇ ਮਿਟੇ ਬਸੂਰ। ਬਸੂਰ ਨਾਮ ਹੁੰਦਾ ਝੋਰਿਆਂ ਦਾ। ਜਿਹੜੇ ਸਾਧ ਸੰਗਤ ਕਰਦੇ ਨੇ, ਉਹਨਾਂ ਦੇ ਝੋਰੇ ਮਿਟ ਜਾਂਦੇ ਹਨ। ਉਹਨਾਂ ਨੂੰ ਝੁਰਨਾ ਨਹੀਂ ਪੈਂਦਾ, ਯਾਨੀ ਕਿ ਉਹਨਾਂ ਦੇ ਸਾਰੇ ਝੋਰੇ ਲੱਥ ਜਾਂਦੇ ਨੇ, ਜਿਨ੍ਹਾਂ ਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ। ਸੁਖ ਸੰਪਤ ਭੋਗ ਇਸ ਜੀਅ ਕੇ, ਬਿਨ ਹਰ ਨਾਨਕ ਜਾਣੇ ਕੂਰ। ਦੁਨੀਆ ਦੇ ਜਿੰਨੇ ਸੁੱਖ ਨੇ, ਸੰਪਤੀ ਵਿਭੂਤੀ ਹੈ, ਸੰਸਾਰ ਦੇ ਜਿਤਨੇ ਭੋਗ ਨੇ ਜੀਆਂ ਦੇ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ, ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਕੂੜ ਝੂਠੇ ਹੀ ਜਾਣੇ ਨੇ, ਵੀ ਇਹ ਸਭ ਝੂਠੇ ਨੇ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਮੀਆਂ, ਕੂੜ ਬੀਬੀ, ਇਹ ਸਭ ਕੁਝ ਝੂਠ ਹੀ ਹੈ। ਬਿਨਾਂ ਹਰੀ ਵਾਹਿਗੁਰੂ ਪਰਮੇਸ਼ਰ ਤੋਂ ਦੁਨੀਆ ਦੇ ਜਿਤਨੇ ਸੁੱਖ ਨੇ, ਜਿੰਨੀਆਂ ਸੰਪਤੀਆਂ ਵਿਭੂਤੀਆਂ ਨੇ, ਰੱਬ ਦੇ ਪਿਆਰਿਆਂ ਨੇ ਇਹਨਾਂ ਨੂੰ ਝੂਠਾ ਕਰਕੇ ਜਾਣਿਆ। ਇਹ ਸਭ ਝੂਠ ਹੈ, ਇਹ ਸਾਰਾ ਕੁਝ ਕੂੜ ਹੈ। ਢੋਡੀ ਮਹੱਲਾ ਪੰਜਵਾ। ਮਾਈ ਮੇਰੇ ਮਨ ਕੀ ਪਿਆਸ। ਹੁਣ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਹੇ ਮਾਈ ਮਾਇਆਪਤੀ ਜੀ, ਹੇ ਰੱਬ ਜੀ, ਮੇਰੇ ਮਨ 'ਚ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ। ਮੇਰੇ ਮਨ 'ਚ ਪਿਆਸ ਹੈ, ਇਹ ਕਿਹਾ ਇੱਥੇ। ਪੁੱਛਿਆ ਬਈ ਕਾਹਦੀ ਪਿਆਸ? ਪਿਆਸ ਤਾਂ ਕਈ ਤਰ੍ਹਾਂ ਦੀ ਹੁੰਦੀ ਹੈ। ਕਿਸੇ ਨੂੰ ਪਾਣੀ ਦੀ ਪਿਆਸ ਹੈ, ਕਿਸੇ ਨੂੰ ਪਦਾਰਥਾਂ ਦੀ ਪਿਆਸ ਹੈ, ਵੀ ਆਹ ਮਿਲ ਜੇ, ਆਹ ਮਿਲ ਜੇ। ਤੈਨੂੰ ਕਾਹਦੀ ਪਿਆਸ ਹੈ ਬਈ? ਪੁੱਛਿਆ ਮਾਇਆਪਤੀ ਰੱਬ ਨੇ। ਫਿਰ ਅੱਗੋਂ ਦੱਸਦੇ ਹਨ, ਇੱਕ ਖਿਨ ਰਹਿ ਨ ਸਕੋ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਤਾਰੀ ਮਨ ਆਸ। ਕਹਿੰਦੇ ਹੇ ਵਾਹਿਗੁਰੂ ਜੀ, ਹੇ ਮੇਰੇ ਪ੍ਰੀਤਮ ਪਿਆਰੇ ਜੀ, ਇੱਕ ਖਿਨ ਮਾਤਰ ਵੀ ਤੁਹਾਡੇ ਬਿਨਾ ਮੈਂ ਨਹੀਂ ਰਹਿ ਸਕਦਾ। ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ। ਪਹਿਲੀ ਪੰਕਤੀ 'ਚ ਬਸ ਇੰਨਾ ਹੀ ਕਿਹਾ, ਮਾਈ ਮੇਰੇ ਮਨ ਕੀ ਪਿਆਸ। ਮੇਰੇ ਮਨ ਦੀ ਪਿਆਸ ਹੈ ਇਹ ਮਾਇਆਪਤੀ। ਪੁੱਛਿਆ ਕਾਹਦੀ? ਮਹਾਰਾਜ ਦਰਸ਼ਨ ਦੇਖਣ ਕੋ ਤਾਰੀ ਮਨ ਆਸ। ਮੇਰੇ ਮਨ 'ਚ ਮੈਂ ਆਸ ਧਾਰਨ ਕੀਤੀ ਤੁਹਾਡੇ ਦਰਸ਼ਨ ਦੇਖਣ ਦੀ। ਦਰਸ਼ਨ ਦੇਖਣ ਕਾ ਚਾਓ, 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 ਦਰਸ਼ਨ ਦੇਖ
ਵੇਖਣ ਕਾ ਚਾਓ। ਮਹਾਰਾਜ ਤੁਹਾਡੇ ਦਰਸ਼ਨਾਂ ਦੀ ਆਸ ਹੈ ਮੇਰੇ ਹਿਰਦੇ ਵਿੱਚ। ਦਰਸ਼ ਪਿਆਸੀ ਮਹਾਰਾਜ, ਮੈਂ ਤੁਹਾਡੇ ਦਰਸ਼ਨਾਂ ਦੀ ਪਿਆਸੀ ਹਾਂ। ਇਹੀ ਆਸ, ਇੱਕ ਖਿੰਨ ਮਾਤਰ ਦਾ ਸਮਾਂ ਵੀ ਮਹਾਰਾਜ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦੇ। ਇੱਕ ਖਿੰਨ ਰਹਿ ਨਾ ਸਕੋ ਬਿਨ ਪ੍ਰੀਤਮ। ਇੱਕ ਖਿੰਨ ਦਾ ਸਮਾਂ, ਖਿੰਨ ਕਿੰਨਾ ਕੁ ਹੁੰਦਾ? ਅੱਖ ਦਾ ਫੋਰ ਮਾਤਰ ਦਾ ਸਮਾਂ। ਇੰਨਾ ਸਮਾਂ ਵੀ ਨਹੀਂ ਮੈਂ ਰਹਿ ਸਕਦਾ ਮਹਾਰਾਜ ਤੁਹਾਡੇ ਦਰਸ਼ਨਾਂ ਬਿਨਾਂ। ਜਦੋਂ ਤੀਵਰ ਪਿਆਸ ਹੁੰਦੀ ਹੈ ਨਾ, ਤੀਵਰ, ਅਤੀ ਤੀਵਰ ਪਿਆਸ, ਉਦੋਂ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਰਹਾਓ ਸਿਮਰੋ ਨਾਮ ਨਿਰੰਜਨ ਕਰਤੇ, ਮਨ ਤਨ ਤੇ ਸਭ ਕਿਲ ਵਿਖ ਨਾਸ। ਇਹ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਜੀ, ਮੈਂ ਤੁਹਾਡਾ ਨਾਮ ਸਿਮਰਦਾ ਹਾਂ। ਮਨ ਕਰਕੇ ਵੀ ਸਿਮਰਦਾ, ਤਨ ਕਰਕੇ ਵੀ ਸਿਮਰਦਾ। ਇਸ ਕਰਕੇ ਮਨ ਤੇ ਤਨ ਦੇ ਜਿਤਨੇ ਕਿਲ ਵਿਖ ਨੇ, ਤੁਹਾਡਾ ਸਿਮਰਨ ਕੀਤਿਆਂ ਉਹਨਾਂ ਸਾਰੇ ਕਿਲ ਵਿਖਾਂ ਦਾ ਨਾਸ਼ ਹੋ ਜਾਂਦਾ ਹੈ। ਸਿਮਰੋ ਨਾਮ ਨਿਰੰਜਨ ਕਰਤੇ, ਮਨ ਤਨ ਤੇ ਸਭ ਕਿਲ ਵਿਖ ਨਾਸ। ਕਰਤਾ ਪੁਰਖ ਦਾ ਸਿਮਰਨ ਕਰਕੇ ਮਨ ਤੇ ਤਨ ਦੇ ਜਿਤਨੇ ਕਿਲ ਵਿਖ ਹਨ, ਜਿਤਨੇ ਪਾਪ ਨੇ, ਮਨ ਦੇ ਵੀ ਔਰ ਤਨ ਦੇ ਵੀ, ਉਹ ਬਿਨਸ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ। ਹਾਂਜੀ। ਪੂਰਨ ਪਾਰ ਬ੍ਰਹਮ ਸੁਖ ਦਾਤੇ, ਅਬਿਨਾਸੀ ਬਿਮਲ ਜਾ ਕੋ ਜਾਸ। ਮਹਾਰਾਜ ਜੀ, ਤੁਸੀਂ ਪੂਰਨ ਪਾਰ ਬ੍ਰਹਮ ਪਰਮੇਸ਼ਰ ਹੋ, ਸੁੱਖਾਂ ਦੇ ਦਾਤੇ ਹੋ, ਅਬਿਨਾਸੀ ਵਿਨਾਸ਼ ਤੋਂ ਰਹਿਤ ਹੋ। ਬਿਮਲ ਜਾ ਕੋ ਜਾਸ। ਜਾਸ ਦਾ ਮਤਲਬ ਇੱਥੇ ਹੈ ਜਸ। ਜਿਸ ਦਾ ਜਸ ਬਿਮਲ ਹੈ, ਮੈਲ ਤੋਂ ਰਹਿਤ ਹੈ, ਨਿਰਮਲ ਜਸ ਹੈ। ਸਤਿਗੁਰਾਂ ਦੀ ਜਿਹੜੀ ਸੋਭਾ ਹੈ, ਸਤਿਗੁਰਾਂ ਦਾ ਜੋ ਜਸ ਹੈ, ਉਹ ਨਿਰਮਲ ਜਸ ਹੈ। ਪੁੱਛਿਆ ਜੀ ਮਹਾਰਾਜ, ਮੈਲਾ ਜਸ ਵੀ ਹੁੰਦਾ? ਹਾਂ, ਮੈਲਾ ਵੀ ਹੁੰਦਾ। ਆ ਜਿਹੜੀਆਂ ਰਾਜਨੀਤਿਕ ਲੋਕਾਂ ਦੀਆਂ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ, ਕਾਨਫਰੰਸਾਂ ਹੁੰਦੀਆਂ, ਉੱਥੇ ਦਿਲੋਂ ਬੰਦਾ ਉਹਦੇ ਤੋਂ ਰੰਜ ਹੁੰਦਾ ਹੈ, ਪਰ ਜਦੋਂ ਬੋਲ ਰਿਹਾ ਹੁੰਦਾ, ਉਦੋਂ ਸਿਫਤਾਂ ਕਰ ਰਿਹਾ ਹੁੰਦਾ। ਉਹ ਨਿਰਮਲ ਜਸ ਨਹੀਂ ਹੈ, ਉਹ ਨਿਰਮਲ ਸੋਭਾ ਨਹੀਂ ਹੈ। ਉਹ ਕੇਵਲ ਮੂੰਹ ਤੋਂ ਵਡਿਆਈ ਹੈ, ਅੰਦਰੋਂ ਪਤਾ ਵੀ ਕਿੰਨੇ ਕੁ ਪਾਣੀ ਵਿੱਚ ਆਏ। ਇਸ ਕਰਕੇ ਗੁਰਮੁਖੋ, ਵਾਹਿਗੁਰੂ ਪਰਮੇਸ਼ਰ ਦਾ ਜਸ ਨਿਰਮਲ ਹੈ। ਉਹਦੇ 'ਚ ਕਿਸੇ ਪ੍ਰਕਾਰ, ਜਿਹਦੇ 'ਚ ਊਣਤਾਈ ਹੁੰਦੀ ਹੈ, ਜਿਹਦੇ 'ਚ ਕਮੀ ਹੁੰਦੀ ਹੈ, ਉਹਦਾ ਜਸ ਨਹੀਂ ਹੁੰਦਾ। ਵਾਹਿਗੁਰੂ ਪਰਮੇਸ਼ਰ ਵਿੱਚ ਤਾਂ ਕੋਈ ਊਣਤਾਈ ਹੈ ਹੀ ਨਹੀਂ। ਸਰਬ ਗੁਣ ਸੰਪੰਨ, ਸਰਬ ਸ਼ਕਤੀ ਸੰਪੰਨ ਹੈ। ਇਸ ਕਰਕੇ ਵਾਹਿਗੁਰੂ ਜੀ, ਤੁਹਾਡਾ ਜਸ ਵੀ ਜਿਹੜਾ ਹੈ, ਉਹ ਨਿਰਮਲ ਹੈ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣ ਤਾਸ। ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਮਨੋਰਥ ਪੂਰੇ ਹੋ ਗਏ ਨੇ। ਮਹਾਰਾਜ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਗੁਣਾਂ ਦੇ ਸਮੁੰਦਰ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ ਹੈ। ਸਾਤ ਸਹਜ ਸੁਖ ਮਨ ਉਪਜਿਓ, ਕੋਟ ਸੂਰ ਨਾਨਕ ਪ੍ਰਗਾਸ। ਮੇਰੇ ਹਿਰਦੇ ਵਿੱਚ ਸ਼ਾਂਤੀ ਸਹਿਜ ਗਿਆਨ ਦਾ ਸੁਖ ਉਪਜਾਇਆ ਹੈ। ਔਰ ਇਹ ਜਿਹੜਾ ਗਿਆਨ ਉਪਜਿਆ ਹੈ, ਇਹ ਐਸਾ ਵੀ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਅੰਦਰ। ਕੋਟ ਸੂਰ ਨਾਨਕ ਪ੍ਰਗਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਇਹ ਜਿਹੜਾ ਗਿਆਨ ਹੈ, ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਵਾਂਗੂ ਹੈ। ਚਾਨਣਾ ਹੀ ਚਾਨਣਾ ਜੀਵਨ ਦੇ ਵਿੱਚ, ਅੰਧਕਾਰ ਨਹੀਂ ਰਿਹਾ, ਅਗਿਆਨਤਾ ਦੂਰ ਹੋ ਗਈ। ਟੋਟੀ ਮਹੱਲਾ ਪੰਜਵਾ। ਹਰ ਹਰ ਪਤਤ ਪਾਵਨ। ਹੇ ਵਾਹਿਗੁਰੂ ਜੀ, ਹੇ ਹਰਿ ਜੀ, ਤੁਸੀਂ ਪਤਤਾਂ ਨੂੰ ਪਾਵਨ ਕਰਨ ਵਾਲੇ, ਪਵਿੱਤਰ ਕਰਨ ਵਾਲੇ ਹੋ। ਜਿਹੜੇ ਪਤਤ ਨੇ, ਪਾਪੀ ਨੇ, ਉਹਨਾਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਮਹਾਰਾਜ ਜੀ, ਤੁਸੀਂ ਪਤਤ ਪਾਵਨ ਹੋ। ਹਰ ਹਰ ਪਤਤ ਪਾਵਨ। ਹਰੀ ਜੀ, ਤੁਸੀਂ ਪਤਤਾਂ ਨੂੰ ਪਾਵਨ ਪਵਿੱਤਰ ਕਰਨ ਵਾਲੇ ਹੋ। ਜੀਅ ਪ੍ਰਾਨ ਮਾਨ ਸੁਖ ਦਾਤਾ,
ਅੰਤਰ ਜਾਮੀ ਮਨ ਕੋ ਪਾਵਨ। ਮਹਾਰਾਜ ਜੀ ਤੁਸੀਂ ਸਾਡੇ ਜੀ ਪ੍ਰਾਣਾਂ ਦੇ ਸੁਖ ਦਾਤੇ ਹੋ, ਮਾਣ ਦੇਣ ਵਾਲੇ ਸੁਖ ਦਾਤੇ ਹੋ। ਅੰਤਰਜਾਮੀ ਮਨ ਕੋ ਭਾਵਨ, हे ਅੰਤਰਜਾਮੀ ਜੀ ਤੁਸੀਂ ਸਾਡੇ ਮਨ ਨੂੰ ਭਾਉਂਦੇ ਹੋ। ਮਹਾਰਾਜ ਜੀ ਸਾਡੇ ਹਿਰਦਿਆਂ ਨੂੰ ਤੁਸੀਂ ਭਾਉਂਦੇ ਹੋ। ਹਾਂਜੀ। ਰਹਾਉ ਸੁੰਦਰ ਸੁਗੜ ਚਤੁਰ ਸਭ ਬੇਤਾ, ਰਿਦ ਦਾਸ ਨਿਵਾਸ ਭਗਤ ਗੁਣ ਗਾਵਨ। ਮਹਾਰਾਜ ਜੀ ਤੁਸੀਂ ਸੁੰਦਰ ਸਵਰੂਪ ਹੋ, ਸੁਘੜ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ, ਸਭ ਨੂੰ ਘੜਨ ਵਾਲੇ ਚਤੁਰ ਹੋ। ਸਭ ਬੇਤਾ ਮਹਾਰਾਜ ਸਭ ਕੁਝ ਤੁਹਾਨੂੰ ਪਤਾ ਹੈ, ਔਰ ਆਪਣਿਆਂ ਦਾਸਾਂ ਦੇ ਹਿਰਦਿਆਂ ਵਿੱਚ ਤੁਸੀਂ ਵਸਦੇ ਹੋ। ਇਸ ਕਰਕੇ ਜਿਹੜੇ ਤੁਹਾਡੇ ਭਗਤ ਨੇ ਮਹਾਰਾਜ ਉਹ ਤੁਹਾਡੇ ਗੁਣਾਂ ਨੂੰ ਗਾਉਂਦੇ, ਤੁਹਾਡੇ ਭਗਤ ਤੁਹਾਡੇ ਗੁਣ ਗਾਇਨ ਕਰਦੇ ਹਨ। ਨਿਰਮਲ ਰੂਪ ਅਨੂਪ ਸੁਆਮੀ, ਕਰਮ ਭੂਮ ਬੀਜਨ ਸੋ ਖਾਵਨ। ਸਾਹਿਬ ਜੀ ਤੁਸੀਂ ਨਿਰਮਲ ਸਰੂਪ ਹੋ, ਅਨੂਪ ਉਪਮਾ ਤੋਂ ਰਹਿਤ ਹੋ। ਤੇ ਸਾਹਿਬ ਜੀ ਆ ਜਿਹੜਾ ਸਰੀਰ ਹੈ ਇਹ ਕਰਮ ਭੂਮੀ, ਇਸ ਕਰਮ ਭੂਮੀ ਦੇ ਵਿੱਚ ਅਸੀਂ ਜੋ ਬੀਜਣਾ ਉਹ ਖਾਣਾ ਹੈ। ਔਰ ਐਸਾ ਨਹੀਂ ਵੀ ਇਸ ਕਾਇਆ ਵਿੱਚ ਅਸੀਂ ਜੋ ਬੀਜਿਆ ਉਹ ਖਾਣਾ ਕਿਸੇ ਹੋਰ ਨੇ ਹੈ। ਜ਼ਿਮੀਂਦਾਰ ਵੀਰ ਤਾਂ ਬੀਜਦੇ ਨੇ, ਕੋਈ ਵਾਹੈ ਕੋ ਲੁਣਾ ਕੋ ਪਾਏ ਖਲਹਾਨ। ਵਾਹੁਣ ਵਾਲਾ ਕੋਈ ਹੁੰਦਾ, ਬੀਜਣ ਵਾਲਾ ਉਹ ਫਿਰ ਕੱਢਣ ਵਾਲਾ ਹੋਰ ਹੁੰਦਾ, ਅੱਗੋਂ ਫਿਰ ਅੱਗੋਂ ਮੰਡੀਆਂ ਵਿੱਚ ਜਾਂਦਾ, ਕਿਤੇ ਜਾਂਦਾ, ਉਹਨੂੰ ਖਾਣ ਵਾਲਾ ਕਦੇ ਹੋਰ ਹੋ ਜਾਂਦਾ। ਉਹ ਤਾਂ ਵੱਖਰਾ ਹੋ ਗਿਆ ਸਿਸਟਮ। ਪਰ ਆ ਜਿਹੜੀ ਕਰਮ ਭੂਮੀ ਹੈ ਨਾ ਸਾਡੀ ਕਾਇਆ, ਇਹਦੇ 'ਚ ਜਿਸ ਨੇ ਜੋ ਬੀਜਣਾ ਉਸੇ ਨੇ ਖਾਣਾ। ਇਹ ਨਹੀਂ ਵੀ ਕਿਸੇ ਦੂਜੇ ਨੇ ਖਾਣਾ, ਜਿਹਨੇ ਬੀਜਣਾ ਖਾਣਾ ਵੀ ਉਹਨੇ ਹੀ ਹੈ। ਇਸ ਕਰਕੇ ਭਾਈ ਇਹ ਕਰਮ ਭੂਮੀ ਹੈ ਕਾਇਆ, ਇਹਦੇ ਵਿੱਚ ਜੋ ਬੀਜਾਂਗੇ ਸੋ ਖਾਵਨ, ਉਹੀ ਖਾਣ ਨੂੰ ਪ੍ਰਾਪਤ ਹੋਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਕਰਮ ਭੂਮ ਮੈਂ ਬੋਵੋ ਨਾਮ। ਇਸ ਕਰਮ ਭੂਮੀ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਬੀਜੋ। ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ। ਕਹਿੰਦੇ ਇਹਦੇ ਵਿੱਚ ਬੀਜ ਬੀਜਣਾ ਕਰੋ। ਬਿਸਮਨ ਬਿਸਮ ਭਏ ਬਿਸਮਾਦਾ, ਆਨ ਨਾ ਬੀਓ ਦੂਸਰ ਲਾਵਨ। ਮੈਂ ਬਿਸਮਨ ਹੈਰਾਨ ਹਾਂ, ਮੇਰਾ ਹਿਰਦਾ ਬਿਸਮਾਦ ਹੈ। ਬਿਸਮਾਦ ਕਿਸ ਗੱਲ ਕਰਕੇ ਹੈ? ਮਹਾਰਾਜ ਜੀ ਕੋਈ ਦੂਸਰਾ ਆਨ ਨਾ ਬੀਓ। ਬੀਓ ਦਾ ਮਤਲਬ ਹੁੰਦਾ ਦੂਜਾ, ਆਨ ਦਾ ਮਤਲਬ ਹੋਰ ਕੋਈ ਦੂਜਾ। ਦੂਸਰਾ ਮਹਾਰਾਜ ਤੁਹਾਡੇ ਲਵੇ ਲਾਗੇ ਵੀ ਨਹੀਂ ਲੱਗਦਾ। ਤੁਹਾਡੇ ਵਰਗਾ ਹੋਣਾ ਤਾਂ ਕਿਤੇ ਰਿਹਾ, ਤੁਹਾਡੇ ਲਵੇ ਲਾਗੇ ਵੀ ਨਹੀਂ ਲੱਗਦਾ। ਲਾਵਨ ਕਹਿ ਦਿੰਦੇ ਨੇ ਵੀ ਤੇਰੇ ਵੀ ਲਵੇ ਲਾਗੇ ਵੀ ਨਹੀਂ ਇਹ ਚੀਜ਼। ਤਾਂ ਇਧਰ ਲੋਕਲ ਇਲਾਕੇ ਵਿੱਚ ਲੋਕਲ ਬੋਲੀ 'ਚ ਬੋਲਿਆ ਜੀ, ਤੇਰੇ ਤਾਂ ਲਵੇ ਲਾਗੇ ਵੀ ਨਹੀਂ ਭਾਈ ਆ ਚੀਜ਼, ਵੀ ਤੂੰ ਤਾਂ ਭਾਈ ਇਹਦੇ ਤੋਂ ਚੰਗਾ ਹੈ, ਸ੍ਰੇਸ਼ਟ ਹੈ। ਵਾਹਿਗੁਰੂ ਪਰਮੇਸ਼ਰ ਦੇ ਤਾਂ ਲਵੇ ਲਾਗੇ ਵੀ ਨਹੀਂ ਕੋਈ, ਉਹ ਆਪ ਹੀ ਆਪ ਹੈ। ਇਸ ਕਰਕੇ ਮੈਂ ਤਾਂ ਉਸ ਦਾ ਸਵਰੂਪ ਵੇਖ ਕੇ, ਉਸ ਦਾ ਪ੍ਰਤਾਪ ਵੇਖ ਕੇ ਅਸਚਰਜ ਹਾਂ, ਵਿਸਮਾਦ ਹਾਂ। ਰਸਨਾ ਸਿਮਰ ਸਿਮਰ ਜਸ ਜੀਵਾ, ਮੈਂ ਆਪਣੀ ਰਸਨਾ ਤੋਂ ਉਹਦਾ ਨਾਮ ਸਿਮਰ ਸਿਮਰ ਕੇ, ਸਿਮਰ ਸਿਮਰ ਕੇ ਔਰ ਉਹਦਾ ਜਸ ਕਰ ਕਰਕੇ ਜੀਵਦਾ ਹਾਂ। ਜਸ ਸੁਣ ਸੁਣ ਮਨ ਤਨ ਹਰਿਆ, ਉਹਦਾ ਜਿਹੜਾ ਜਸ ਹੈ ਉਹ ਸੁਣ ਸੁਣ ਕੇ ਜੀਵਦਾ। ਮਨ ਜੀਵੈ ਨਾਮ ਸੁਣ ਤੇਰਾ, ਉਸ ਦਾ ਜਸ ਸੁਣ ਕੇ ਔਰ ਉਹਦਾ ਨਾਮ ਸਿਮਰ ਸਿਮਰ ਕੇ ਆਪਣੀ ਰਸਨਾ ਤੋਂ ਮੈਂ ਜੀਵਦਾ ਹਾਂ। ਨਾਨਕ ਦਾਸ ਸਦਾ ਬਲ ਜਾਵਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਕਿ ਹੇ ਵਾਹਿਗੁਰੂ ਜੀ,
ਤੁਹਾਡੇ ਦਾਸ ਤੁਹਾਡੇ ਤੋਂ ਸਦਾ ਹੀ ਬਲਿਹਾਰ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।